ਸੁਮੇਧ ਸੈਣੀ ਵਰਸਸ ਮੁਲਤਾਨੀ ਕੇਸ ਦੇ ਵਿੱਚ ਅੱਜ ਇੱਕ ਬਹੁਤ ਵੱਡਾ ਮੋੜ ਆਇਆ ਕਿਉਂਕਿ ਸੁਮੇਧ ਸੈਣੀ ਦੇ ਨਾਲ ਜੋ ਤਿੰਨ FIR ਦੇ ਵਿੱਚ ਚੰਡੀਗੜ੍ਹ ਪੁਲਿਸ ਦੇ ਸਾਬਕਾ ਮੁਲਾਜ਼ਮ ਨਾਮਜ਼ਦ ਸੀ, ਉਹਨਾਂ ਦੇ ਵਿੱਚੋਂ ਦੋ ਨੂੰ ਅੱਜ ਅਦਾਲਤ ਨੇ ਵਾਅਦਾ ਮਾਫ ਗਵਾਹ ਬਣਾ ਲਿਆ ਤੇ ਇਸ ਤੋਂ ਪਤਾ ਲੱਗਦਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਸੁਮੇਧ ਸੈਣੀ ਦੀਆਂ ਜੋ ਦੁਸ਼ਵਾਰੀਆਂ ਨੇ, ਜੋ ਉਹਨਾਂ ਦੀਆਂ ਮੁਸ਼ਕਲਾਂ ਨੇ, ਉਹ ਬਦਲਣ ਵਾਲੀਆਂ ਨੇ। ਮੇਰੇ ਨਾਲ ਇਸ ਵਕਤ ਮੌਜੂਦ ਹੈਗੇ ਨੇ ਪ੍ਰਦੀਪ ਵਿਰਕ ਜੋ ਕਿ ਵਕੀਲ ਹੈਗੇ ਨੇ। ਸਰ, ਕੀ ਅੱਜ ਹੋਈ ਹੈ ਅਦਾਲਤ ਦੇ ਵਿੱਚ ਸੁਣਵਾਈ? ਇਸ ਕੇਸ ਦੇ ਵਿੱਚ ਸੁਮੇਧ ਸਿੰਘ ਸੈਣੀ ਨੇ 1991 ਦੇ ਵਿੱਚ ਕਸਟਡੀ ਦੇ ਵਿੱਚ ਬਲਵੰਤ ਸਿੰਘ ਮੁਲਤਾਨੀ ਨੂੰ ਤੇ ਹੋਰ ਲੋਕਾਂ ਨੂੰ ਮਾਰ ਦਿੱਤਾ ਸੀ ਟੌਰਚਰ ਕਰਵਾ ਕੇ। ਹੁਣ ਉਸ ਕੇਸ ਦੀ ਤਫਤੀਸ਼ FIR ਹੋ ਕੇ ਸ਼ੁਰੂ ਹੋਈ ਹੈ ਔਰ ਉਸ ਕੇਸ ਦੇ ਵਿੱਚ ਜਿਹੜੀ ਵਾਅਦਾ ਮਾਫ ਗਵਾਹ ਬਣਾਉਣ ਦੇ ਲਈ ਤਿੰਨ ਸਾਬਕਾ ਪੁਲਿਸ ਇੰਸਪੈਕਟਰਸ ਨੇ ਅਰਜ਼ੀ ਲਾਈ ਹੈ। ਉਹ ਪਹਿਲਾਂ ਕੋਰਟ ਨੇ ਰਿਜੈਕਟ ਕਰਤੀ ਸੀ ਕਿ ਤੁਸੀਂ ਡਾਇਰੈਕਟ ਨਾ ਆਓ, ਤੁਸੀਂ ਪ੍ਰੋਸੀਕਿਊਸ਼ਨ ਦੇ ਥਰੂ ਆਓ। ਮਤਲਬ ਜਿਹੜੀ ਸਿਟ ਬਣਾਈ ਹੋਈ ਹੈ ਉਹ ਸਿਟ ਅਰਜ਼ੀ ਲਾਵੇ ਜੇ ਤੁਹਾਨੂੰ ਵਾਅਦਾ ਮਾਫ ਗਵਾਹ ਬਣਾਉਣਾ ਚਾਹੁੰਦੇ ਆ। ਹੁਣ ਕੱਲ SIT ਵੱਲੋਂ ਇਹ ਅਰਜ਼ੀ ਲੱਗੀ ਸੀ ਔਰ ਇਹਨਾਂ ਦੇ ਬਿਆਨ ਰਿਕਾਰਡ ਹੋਏ ਸੀ ਔਰ ਅੱਜ ਕੋਰਟ ਨੇ ਉਹਨਾਂ ਚੋਂ ਦੋ ਜਾਣਿਆਂ ਨੂੰ, ਕੁਲਦੀਪ ਸਿੰਘ ਤੇ ਜਗੀਰ ਸਿੰਘ, ਇਹਨਾਂ ਦੋਵਾਂ ਦੀ ਜਿਹੜੀ ਰਿਕੁਐਸਟ ਸੀ ਕਿ ਵਾਅਦਾ ਮਾਫ ਗਵਾਹ ਬਣਾਉਣ ਦੇ ਲਈ, ਉਹ ਐਕਸੈਪਟ ਕਰ ਲਈ ਹੈ ਔਰ ਉਹਨਾਂ ਨੂੰ ਅੱਜ ਟੈਂਡਰ ਆਫ ਪਾਰਡਨ ਗ੍ਰਾਂਟ ਕੀਤਾ ਹੈ। ਟੋਟਲ ਕਿੰਨੇ ਮੁਲਜ਼ਮਾਂ ਨੇ ਕੀਤਾ ਸੀ ਵਾਅਦਾ ਮਾਫ ਗਵਾਹ ਬਣਨ ਵਾਸਤੇ? ਇਹਦੇ 'ਚ ਤਿੰਨ ਦੇ ਲਈ ਐਪਲੀਕੇਸ਼ਨ ਸੀ। ਹਰ ਸਹਾਇ ਦੀ ਕੋਰਟ ਨੇ ਐਕਸੈਪਟ ਨਹੀਂ ਕੀਤੀ ਹੈ। ਉਹ ਕੀ ਰੀਜ਼ਨ ਹੈ ਉਹ ਤਾਂ ਡਿਟੇਲ ਬਾਅਦ 'ਚ ਆਊਗੀ, ਪਰ ਜਗੀਰ ਸਿੰਘ ਤੇ ਕੁਲਦੀਪ ਸਿੰਘ ਦੀ ਐਕਸੈਪਟ ਹੋ ਗਈ ਹੈ। ਸੋ ਹੁਣ ਇਹ ਵਾਅਦਾ ਮਾਫ ਗਵਾਹ ਬਣਨਗੇ। ਵਿਰਕ ਸਾਹਿਬ, ਹੁਣ ਜੇ ਆਪਾਂ ਅਦਾਲਤੀ ਕਾਰਵਾਈ ਦੀ ਗੱਲ ਕਰੀਏ ਅੱਗੇ, ਤਾਂ ਉਹ ਕਿਸ ਤਰ੍ਹਾਂ ਚੱਲੇਗੀ? 20 ਤਰੀਕ ਦਿੱਤੀ ਗਈ ਹੈ ਅੱਗੇ ਇਹਨਾਂ ਦੀ ਸਟੇਟਮੈਂਟ ਡਿਊਟੀ ਮੈਜਿਸਟ੍ਰੇਟ ਕੋਲ ਦੁਬਾਰਾ ਰਿਕਾਰਡ ਕਰਾਉਣ ਦੇ ਲਈ। ਇਹਨਾਂ ਦੋਵਾਂ ਦੀ ਇਹਨਾਂ ਨੇ ਅੰਡਰਟੇਕਿੰਗ ਦੇਣੀ ਹੁੰਦੀ ਹੈ ਕੋਰਟ ਦੇ ਵਿੱਚ ਕਿ ਜੀ ਅਸੀਂ ਸਾਰੀ ਸੱਚਾਈ ਪੂਰੀ ਬਿਆਨ ਕਰਾਂਗੇ, ਕੋਈ ਡਿਟੇਲ ਲੁਕਵਾਵਾਂਗੇ ਨਹੀਂ, ਔਰ ਜਿਹੜੀ ਸਾਨੂੰ ਵਾਅਦਾ ਮਾਫ ਗਵਾਹ ਬਣਾਉਣ ਦੇ ਲਈ ਕੋਰਟ ਕੰਡੀਸ਼ਨ ਲਾਉਂਦੀ ਹੈ ਉਹ ਕੰਡੀਸ਼ਨਸ ਪੂਰੀ ਫੋਲੋ ਕਰਾਂਗੇ। ਸੋ ਅੰਡਰਟੇਕਿੰਗ ਵੀ ਅੱਜ ਇਹਨਾਂ ਤੋਂ ਲੈ ਲਈ ਗਈ ਹੈ ਕੋਰਟ ਦੇ ਵਿੱਚ। ਇਹ ਜਿਹੜੇ ਵਾਅਦਾ ਮਾਫ ਗਵਾਹ ਬਣੇ ਹੈਗੇ ਨੇ ਕੁਲਦੀਪ ਸਿੰਘ ਤੇ ਜਗੀਰ ਸਿੰਘ, ਤੇ ਹੁਣ ਇਹਨਾਂ ਦੇ ਆਪਾਂ ਰੋਲ ਮੰਨੀਏ ਤਾਂ ਪੂਰੇ ਕੇਸ ਦੇ ਵਿੱਚ ਇਹਨਾਂ ਦਾ ਕੀ ਰੋਲ ਰਿਹਾ? ਕੀ ਇਹਨਾਂ ਨੂੰ ਸਜ਼ਾ ਮਾਫੀ ਤੋਂ ਬਿਲਕੁਲ ਹੀ ਛੋਟ ਮਿਲ ਗਈ ਹੈ? ਪਹਿਲਾਂ ਮੈਂ ਇਸ ਕੁਐਸਚਨ ਦਾ ਆਨਸਰ ਦੇਣ ਲਈ ਥੋੜੀ ਜੀ ਲਾਅ ਦੀ ਪੋਜੀਸ਼ਨ ਕਲੀਅਰ ਕਰਦਾ। ਵਾਅਦਾ ਮਾਫ ਗਵਾਹ ਦੀ ਕੰਡੀਸ਼ਨ ਇਹ ਹੁੰਦੀ ਹੈ ਕਿ ਜਿਹੜਾ ਅਕੰਪਲਿਸ ਹੈ, ਮੇਨ ਅਕਿਊਜ਼ ਨਹੀਂ, ਜਿਹੜੇ ਵੀ ਕੇਸ ਦੇ ਵਿੱਚ ਐਵੀਡੈਂਸ ਦੀ ਘਾਟ ਹੁੰਦੀ ਹੈ, ਕੋਈ ਚੇਨ ਲਿੰਕ ਐਵੀਡੈਂਸ ਪ੍ਰੂਵ ਨਹੀਂ ਹੋ ਰਿਹਾ ਹੁੰਦਾ, ਉਹੋ ਜਿਹੇ ਕੇਸ ਦੇ ਵਿੱਚ ਕੁਝ ਐਕਿਊਜ਼ਡ ਜਿਹੜੇ ਕੋ ਐਕਿਊਜ਼ਡ ਹੁੰਦੇ ਆ, ਨਾਟ ਮੇਨ ਐਕਿਊਜ਼ਡ, ਉਹਨਾਂ ਨੂੰ ਵਾਅਦਾ ਮਾਫ ਗਵਾਹ ਬਣਾ ਲਿਆ ਜਾਂਦਾ ਹੈ ਜੇ ਉਹ ਐਗਰੀ ਕਰਦੇ ਆ ਕਿ ਅਸੀਂ ਸਾਰੀ ਸੱਚਾਈ, ਆਪਣਾ ਰੋਲ ਇਨਕਲੂਡ ਕਰਕੇ ਸਾਰੀ ਸੱਚਾਈ ਦੱਸਾਂਗੇ, ਤੇ ਉਸ 'ਤੇ ਉਹਨਾਂ ਨੂੰ ਵਾਅਦਾ ਮਾਫ ਗਵਾਹ ਬਣਾ ਲਿਆ ਜਾਂਦਾ। ਫਿਰ ਉਹਨਾਂ ਨੂੰ ਟੈਂਡਰ ਆਫ ਪਾਰਡਨ ਕਰ ਦਿੱਤਾ ਜਾਂਦਾ, ਉਹਨਾਂ ਨੂੰ ਮਾਫੀ ਮਿਲ ਜਾਂਦੀ ਹੈ ਔਰ ਉਹ ਪੂਰੀ ਹੈਲਪ ਕਰਦੇ ਆ ਪ੍ਰੋਸੀਕਿਊਸ਼ਨ ਦੀ ਵਿਟਨੈਸ ਬਣ ਕੇ। ਕਿਸੇ ਵੀ ਸਟੇਜ 'ਤੇ ਜੋ ਇਹਨਾਂ ਕੰਡੀਸ਼ਨਸ ਤੋਂ ਮੁੱਕਰਦੇ ਆ ਜਾਂ ਪਿੱਛੇ ਹਟਦੇ ਆ ਤੇ ਉਹਨਾਂ ਨੂੰ ਦੁਬਾਰਾ ਤੋਂ ਐਕਿਊਜ਼ਡ ਬਣਾ ਲਿਆ ਜਾਂਦਾ ਹੈ ਤੇ ਟੈਂਡਰ ਆਫ ਪਾਰਡਨ ਰਿਵੋਕ ਵੀ ਹੋ ਸਕਦਾ ਹੈ। ਇਹ ਕੋਈ ਫਾਈਨਲ ਚੀਜ਼ ਨਹੀਂ ਹੈ ਜੇ ਉਹ ਸਮਝਣ ਕਿ ਅਸੀਂ ਕਹਿਤਾ ਤੇ ਅਸੀਂ ਕੱਲ੍ਹ ਨੂੰ ਮੁੱਕਰ ਜਾਵਾਂਗੇ। ਸੋ ਇਹਦੇ ਵਿੱਚ ਇਹਨਾਂ ਦੋਵੇਂ ਕੋ ਐਕਿਊਜ਼ ਨੇ ਸਾਰੀ ਡਿਟੇਲ ਦਿੱਤੀ ਹੈ ਕਿਸ ਤਰ੍ਹਾਂ ਸੁਮੇਧ ਸਿੰਘ ਸੈਣੀ ਨੇ ਆਪਣੇ ਡਾਇਰੈਕਟ ਸੁਪਰਵਿਜ਼ਨ ਦੇ ਵਿੱਚ ਆਪਣੇ ਆਰਡਰਸ ਦੇ ਉੱਤੇ ਕਸਟਡੀ ਦੇ ਵਿੱਚ ਟੌਰਚਰ ਕਰਵਾਇਆ, ਕਿਸ ਤਰ੍ਹਾਂ ਆਪਣੀ ਕਸਟਡੀ ਦੇ ਵਿੱਚ ਉਹਦੀ ਕਸਟਡੀ ਦੇ ਵਿੱਚ ਬਲਵੰਤ ਸਿੰਘ ਮੁਲਤਾਨੀ ਦੀ ਡੈਥ ਹੋਈ, ਕਿਸ ਤਰ੍ਹਾਂ ਉਹਨੇ ਬੋਡੀ ਡਿਸਪੋਜ਼ ਆਫ ਕਰਾਈ, ਕਿਸ ਤਰ੍ਹਾਂ ਕਾਦੀਆਂ ਉਹਨੇ ਝੂਠੀ FIR ਕਰਵਾਈ ਕਿਸੇ ਹੋਰ ਬੰਦੇ ਨੂੰ ਭੇਜ ਕੇ, ਕਿਸ ਤਰ੍ਹਾਂ ਇੱਥੇ ਬਲਵੰਤ ਸਿੰਘ ਮੁਲਤਾਨੀ ਦੇ ਉੱਤੇ ਝੂਠੇ ਕੇਸ ਰਜਿਸਟਰ ਕੀਤੇ ਗਏ। ਇਹ ਸਾਰੀ ਡਿਟੇਲਸ ਜਿਹੜੀਆਂ ਹੈਗੀਆਂ ਉਹ ਇਹਨਾਂ ਨੇ ਬਿਆਨ ਕੀਤੀਆਂ। ਸੋ ਇਹਨਾਂ ਨੂੰ ਟੈਂਡਰ ਆਫ ਪਾਰਡਨ ਇਹਨਾਂ ਦਾ ਐਕਸੈਪਟ ਹੋਇਆ, ਗ੍ਰਾਂਟ ਹੋਇਆ ਕੋਰਟ ਵੱਲੋਂ, ਔਰ ਹੁਣ ਇਹਨਾਂ ਨੂੰ ਵਿਟਨੈਸ ਬਣਾ ਲਿਆ ਜਾਊਗਾ ਐਜ਼ ਅ ਰਿਜ਼ਲਟ। ਮਤਲਬ ਅੱਗੇ ਕਿਸੇ ਸਟੇਜ ਦੇ ਉੱਤੇ ਜੇ ਇਹ ਪਤਾ ਲੱਗਦਾ ਹੈ ਕੋਰਟ ਨੂੰ ਕਿ ਇਹ ਜਿਹੜੇ ਪਰਪੈਟਰੇਟਰਸ ਹੈਗੇ ਨੇ ਕ੍ਰਾਈਮ ਦੇ, ਇਹਨਾਂ ਦਾ ਅਹਿਮ ਰੋਲ ਸੀ ਸੁਮੇਧ ਸੈਣੀ ਦੇ ਨਾਲ, ਤਾਂ ਇਹਨਾਂ ਨੂੰ ਦੁਬਾਰਾ ਵੀ ਅਕਿਊਜ਼ਡ ਬਣਾ ਲਿਆ ਜਾਏਗਾ? ਦੇਖੋ, ਬਣ ਸਕਦੇ ਆ ਜੇ ਇਹ ਸੱਚਾਈ ਨਾ ਦੱਸਣ ਤਾਂ ਇਹ ਅਕਿਊਜ਼ਡ ਬਣਦੇ ਆ। ਇਸ ਕੇਸ ਦੇ ਵਿੱਚ ਤਾਂ ਇਹਨਾਂ ਨੇ ਸਾਰਾ ਰੋਲ ਦੱਸਿਆ। ਇਹਨਾਂ ਨੂੰ ਸ਼ੁਰੂ ਤੋਂ ਹੀ ਜੋ ਐਵੀਡੈਂਸ ਆ ਰਹੀ ਸੀ ਉਹਦੇ ਵਿੱਚ ਨਾ ਤਾਂ ਇਹ ਕਸਟਡੀ ਦੇ ਵਿੱਚ ਕਿਤੇ ਇਹਨਾਂ ਨੇ ਕਿਤੇ ਉਹਨਾਂ ਬੰਦਿਆਂ ਨੂੰ ਟੌਰਚਰ ਕੀਤਾ ਸੀ ਮਰਨ ਵਾਲਿਆਂ 'ਚੋਂ ਕਿਸੇ ਨੂੰ। ਹੁਣ ਜਿਵੇਂ ਜਗੀਰ ਸਿੰਘ ਦੀ ਐਗਜ਼ਾਮਪਲ ਲਓ, ਜਗੀਰ ਸਿੰਘ ਇਸ ਚੀਜ਼ ਦਾ ਇੱਕ ਆਈ ਵਿਟਨੈਸ ਹੈ ਜਿਹਨੇ ਇਹ ਦੱਸਿਆ ਹੈ ਕਿ ਕਿਸ ਤਰ੍ਹਾਂ ਬਲਵੰਤ ਸਿੰਘ ਮੁਲਤਾਨੀ ਦੇ ਇੱਕ ਸਟਿਕ ਇਨਸਰਟ ਕੀਤੀ ਗਈ ਅੰਦਰ, ਔਰ ਉਹ ਸਟਿਕ ਇਨਸਰਟ ਕਰਨ ਤੋਂ ਬਾਅਦ ਉਹਨੂੰ ਟੌਰਚਰ ਕੀਤਾ ਗਿਆ, ਉਹਦੇ ਲੱਤ ਮਾਰੀ ਗਈ ਸਟਿਕ 'ਤੇ ਐਂਡ ਉਹਦੀ ਡੈਥ ਹੋਈ ਉਸ ਚੀਜ਼ 'ਤੇ। ਤੁਸੀਂ ਆਪ ਸੋਚੋ ਕਿਸ ਤਰ੍ਹਾਂ ਦਾ ਇੱਕ ਇਨਹਿਊਮਨ ਕਸਟੋਡੀਅਲ ਟੌਰਚਰ ਸੁਮੇਧ ਸੈਣੀ ਨੇ ਕਰਵਾਇਆ ਜਿਹਦੇ ਨਾਲ ਉਸ ਬੰਦੇ ਦੀ ਡੈਥ ਹੋਈ, ਔਰ ਫਿਰ ਬੋਡੀ ਡਿਸਪੋਜ਼ ਆਫ ਕਰਨ ਦੀ ਇਹਨਾਂ ਨੇ ਡਿਟੇਲਸ ਦਿੱਤੀਆਂ, ਕਿਸ ਤਰ੍ਹਾਂ ਐਵੀਡੈਂਸ ਫੈਬਰੀਕੇਟ ਕੀਤੀ ਗਈ ਹੈ ਉਹਦੀਆਂ ਡਿਟੇਲਸ ਦਿੱਤੀਆਂ। ਸੋ ਉਹ ਡਿਟੇਲਸ ਵੈਸੇ ਪ੍ਰੋਸੀਕਿਊਸ਼ਨ ਨੂੰ ਇਕੱਠੀਆਂ ਕਰਨੀਆਂ ਔਖੀਆਂ ਸੀ, ਇਹਨਾਂ ਨੇ ਉਹ ਚੇਨ ਜਿਹੜੀ ਐਵੀਡੈਂਸ ਸੀ ਉਹਨੂੰ ਕਰੋਬੋਰੇਟ ਕਰਦੇ ਹੋਏ ਡਿਟੇਲਸ ਦਿੱਤੀਆਂ। ਹੁਣ ਕੱਲ੍ਹ ਨੂੰ ਜੇ ਮੁੱਕਰਦੇ ਹੈ ਜਾਂ ਕਿਸੇ ਸਟੇਜ 'ਤੇ ਕੋਈ ਡਿਟੇਲ ਲੁਕਾਉਂਦੇ ਆ ਤਾਂ ਉਹ ਇਹਨਾਂ ਲਈ ਨੁਕਸਾਨ ਹੈ। ਅਦਰਵਾਈਜ਼ ਐਜ਼ ਆਫ ਨਾਓ ਇੱਕ ਵਾਰੀ ਉਹਨਾਂ ਨੇ SIT ਦੇ ਸਾਹਮਣੇ ਸਾਰੀ ਸੱਚਾਈ ਦੱਸ ਕੇ, ਕੋਰਟ ਦੇ ਸਾਹਮਣੇ ਕੱਲ੍ਹ ਸੱਚਾਈ ਦੱਸਤੀ,
ਔਰ ਅੱਜ ਉਹਨਾਂ ਦਾ ਇਸੇ ਕੰਡੀਸ਼ਨ ਤੇ ਫੁੱਲ ਡਿਸਕਲੋਜ਼ਰ ਦੀ ਕੰਡੀਸ਼ਨ ਤੇ ਉਹਨਾਂ ਨੂੰ ਟੈਂਡਰ ਆਫ ਪਾਰਡਨ ਉਹਨਾਂ ਦਾ ਕੰਸੀਡਰ ਕਰਕੇ ਗ੍ਰਾਂਟ ਕੀਤਾ ਗਿਆ। ਮਤਲਬ ਇਹ ਮੰਨ ਸਕਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਜੋ ਡਿਫੈਂਡਰਸ ਦਾ ਕੰਮ ਹੈਗਾ ਉਹ ਜ਼ਿਆਦਾ ਵੱਧ ਗਿਆ ਤੇ ਕੰਪਲੇਨੈਂਟਸ ਦਾ ਕੰਮ ਥੋੜ੍ਹਾ ਜਿਹਾ ਆਸਾਨ ਹੋ ਗਿਆ ਕੋਰਟ ਦੀ ਕਾਰਵਾਈ ਦੇ ਵਿੱਚ। ਦੇਖੋ ਕੰਪਲੇਨੈਂਟ ਦਾ ਕੰਮ ਤਾਂ ਆਸਾਨ ਕਦੇ ਵੀ ਨਹੀਂ ਹੁੰਦਾ, 29 ਸਾਲ ਤੋਂ ਤਾਂ ਲੜ ਰਹੇ ਆ, ਇਹ ਫੈਮਿਲੀ ਲੜ ਰਹੀ ਹੈ ਇਨਸਾਫ ਦੇ ਲਈ। ਚਲੋ ਹੁਣ ਇੱਕ ਸ਼ੁਰੂਆਤ ਤਾਂ ਹੋ ਚੁੱਕੀ ਸੀ। ਸ਼ੁਰੂਆਤ ਬਹੁਤ ਚੰਗੀ ਸ਼ੁਰੂਆਤ ਹੋਈ ਹੈ ਔਰ ਖੁਸ਼ੀ ਦੀ ਗੱਲ ਹੈ ਕਿ ਇਹਨਾਂ ਦਾ ਜ਼ਮੀਰ ਜਾਗਿਆ ਹੈ, ਇਹਨਾਂ ਨੇ ਅੱਗੇ ਆ ਕੇ ਸੱਚਾਈ ਦੱਸੀ ਹੈ। ਆਫਟਰ ਆਲ ਸੁਮੇਧ ਸਿੰਘ ਸੈਣੀ ਦੇ ਗਲਤ ਕੰਮਾਂ ਦੀ, ਉਹਦੇ ਪਾਪਾਂ ਦੀ ਸਜ਼ਾ ਕੋਈ ਹੋਰ ਕਿਉਂ ਭੁਗਤੇ। ਸੋ ਉਸ ਚੀਜ਼ ਦੇ ਉੱਤੇ ਇਹਨਾਂ ਨੇ ਅੱਜ ਸੱਚਾਈ ਬਿਆਨ ਕੀਤੀ ਹੈ। ਹੁਣ ਅੱਗੇ ਦੇਖਦੇ ਹਾਂ, ਰੱਬ ਮਿਹਰ ਕਰੇ ਤੇ ਮੇਰੇ ਖਿਆਲ ਨਾਲ ਇਨਵੈਸਟੀਗੇਸ਼ਨ ਵੀ ਇਸ ਚੀਜ਼ ਤੋਂ ਬਾਅਦ ਕੁਝ ਸਪੀਡ ਅਪ ਹੋਊਗੀ, ਕਿਉਂਕਿ ਹੁਣ ਜਿਹੜੀ ਲਿੰਕ ਐਵੀਡੈਂਸ ਨਹੀਂ ਆ ਰਹੀ ਸੀ ਉਹ ਡਿਟੇਲਸ ਇਹਨਾਂ ਨੇ ਦੇਤੀਆਂ ਕੋਰਟ ਦੇ ਵਿੱਚ। ਸੋ ਮੇਰੇ ਖਿਆਲ ਨਾਲ ਇਸ ਤੋਂ ਬਾਅਦ ਸੁਮੇਧ ਸਿੰਘ ਸੈਣੀ ਦੇ ਖਿਲਾਫ ਜਿਹੜੇ ਫੈਕਟਸ ਨਹੀਂ ਆ ਰਹੇ ਸੀ ਉਹ ਛੇਤੀ ਵੀ ਆਉਣਗੇ, ਕਰੈਕਟ ਵੀ ਆਉਣਗੇ ਔਰ ਜ਼ਿਆਦਾ ਆਥੈਂਟਿਕ ਆਉਣਗੇ। ਤੇ ਅਗਲੀ ਡੇਟ ਕਦੋਂ ਹੈ? ਅਗਲੀ ਤਰੀਕ 20 ਅਗਸਤ ਫॉर ਦਿਸ ਕਿ ਇਹਨਾਂ ਦੀ ਸਟੇਟਮੈਂਟ ਰਿਕਾਰਡ ਹੋਣੀ ਹੈ ਡਿਊਟੀ ਮੈਜਿਸਟ੍ਰੇਟ ਕੋਲ ਦੁਬਾਰਾ। ਬਹੁਤ ਬਹੁਤ ਸ਼ੁਕਰੀਆ। ਸੋ ਤੁਸੀਂ ਸੁਣਿਆ ਕਿ ਜੋ ਕੰਪਲੇਨੈਂਟ ਦੇ ਕਾਉਂਸਲ ਹੈਗੇ ਨੇ ਐਡਵੋਕੇਟ ਪ੍ਰਦੀਪ ਵਿਰਕ, ਉਹਨਾਂ ਦਾ ਇਹ ਕਹਿਣਾ ਹੈ ਕਿ ਜੋ ਸੁਮੇਧ ਸੈਣੀ ਦੇ ਨਾਲ ਨਾਮਜ਼ਦ ਸੀ FIR ਦੇ ਵਿੱਚ ਜਿਹੜੇ ਇੰਸਪੈਕਟਰ ਜੋ ਕਿ ਸਾਬਕਾ ਇੰਸਪੈਕਟਰ ਹੈਗੇ ਨੇ ਤੇ ਉਹਨਾਂ ਦਾ ਪੂਰਾ ਹੱਥ ਮੰਨਿਆ ਜਾ ਰਿਹਾ ਸੀ ਮੁਲਤਾਨੀ ਨੂੰ ਮਾਰਨ ਦਾ ਤੇ ਉਹਦੀ ਬੋਡੀ ਨੂੰ ਡਿਸਪੋਜ਼ ਆਫ ਕਰਨ ਦਾ। ਸੋ ਕਿ ਉਹਨਾਂ ਦਾ ਜ਼ਮੀਰ ਜਾਗ ਗਿਆ ਤੇ ਉਹਨਾਂ ਨੇ ਇੱਕ ਐਪਲੀਕੇਸ਼ਨ ਲਾਈ ਕਿ ਉਹ ਵਾਦਾ ਮਾਫ ਗਵਾਹ ਬਣਨਾ ਚਾਹੁੰਦੇ ਨੇ ਤੇ ਉਹਨਾਂ ਨੂੰ ਵਾਦਾ ਮਾਫ ਗਵਾਹ ਵੀ ਬਣਾ ਲਿਆ ਗਿਆ। ਬਾਕੀ ਅੱਗੇ ਜੀ ਜੋ ਕਾਰਵਾਈ ਹੋਏਗੀ ਕੋਰਟ ਦੀ ਉਹ ਆਉਣ ਵਾਲੇ ਦਿਨਾਂ ਨੂੰ ਪਤਾ ਲੱਗੇਗੀ। 20 ਅਗਸਤ ਹੈ ਜਿਹੜੀ ਉਹ ਨੈਕਸਟ ਹੀਅਰਿੰਗ ਦੀ ਡੇਟ ਹੈਗੀ ਹੈ। ਕੈਮਰਾਮੈਨ ਸੁਨੀਲ ਦੇ ਨਾਲ ਸੁਸ਼ੀਲ ਗਰਚਾ, ਦੈਨਿਕ ਸਵੇਰਾ, ਮੋਹਾਲੀ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647 84 374 94 648। देश दुनिया की हर वड्डी खबर दे लई हुणे डाउनलोड करो नंबर 1 न्यूज़ ऐप दैनिक सवेरा टाइम्स।